श्री वाहिगुरु जी। जाको राखै राखनहार, तिसका अंग करी निरंकार। मात गर्भ मह अग्न न जो है, काम क्रोध लोभ मोह न पोहै। साधु संग जपे निरंकार, निंदक कै मोहि लागै शार। राम कवच दास का सन्नाहो, दूत दुष्ट तिस पोहत नाहि। जो जो गर्भ करे सो जाए, गरीब दास की प्रभ सरनाई। जो जो सरन पया हर राई, सो दास रखिया अपने कंठ लाई। जी को बहुत करी अहंकार, ओह खिन महरुलता खाकू नाल। है पी साचा होवनहार, सदा सदा जाई बलिहार। अपने दास रखे कृपा तार, नानक के प्रभु प्राण आधार। वाहिगुरु साहिब जी। अथ श्री सर्बलोह कवच लिख्यते। श्लोक जबली धर बीरज नाद बाच। जा भगवत ओंकार आधार निराकारश्च। नमस्तुभ्यं 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 नमो नमः। जा भगवत ओंकार आधार निराकारश्च। वाहिगुरु जी का खालसा, वाहिगुरु जी की फतेह। सच्चे पातशाह जी ਦੀ ਮਹਾਨ ਕਿਰਪਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠਣ ਦਾ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਗੁਰੂ ਕਿਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਕਰਕੇ ਨਿਹਾਲੋ ਨਿਹਾਲ ਕਰਦੇ ਪਏ ਹਨ। ਅੱਜ ਮਹਾਰਾਜ ਸਾਹਿਬ ਜੀ ਸਰਬਲੋ ਕਵਚ ਆਪ ਗੁਰੂ ਕਿਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਣਗੇ। ਕਵਚ ਦਾ ਅਰਥ ਗੁਰੂ ਖਾਲਸਾ ਜੀ ਸੰਜੋ ਹੁੰਦਾ ਏ। ਜਿਵੇਂ ਸਰੀਰ ਦੇ ਉੱਪਰ ਸੰਜੋ ਪਹਿਨੀ ਹੋਵੇ, ਉਹ ਸਰੀਰ ਦੀ ਰੱਖਿਆ ਕਰਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਸੂਰਮੇ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤੇ ਉਹ ਆਪਣੇ ਸਰੀਰ ਨੂੰ ਲੋਹੇ ਦੇ ਕੋਟ ਨਾਲ ਮੜ ਲੈਂਦੇ ਸਨ। ਉਹ ਕਹਿੰਦੇ ਸਨ ਅਸਾਂ ਨੇ ਸਰੀਰ ਉੱਪਰ ਸੰਜੋ ਪਾ ਲਈ ਹੈ ਤੇ ਵੈਰੀ ਦਾ ਵਾਰ ਸਾਡਾ ਵਾਲ ਵੀ ਬਾਂਕਾ ਨਹੀਂ ਕਰ ਸਕੇਗਾ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੁਲਟ ਪ੍ਰੂਫ ਜੈਕਟਾਂ ਨੇ। ਆਮ ਨੇਤੇ ਲੋਕ ਕੱਪੜਿਆਂ ਦੇ ਹੇਠੋਂ ਦੀ ਸਰੀਰ ਦੇ ਉੱਪਰ ਪਹਿਨਦੇ ਨੇ। ਐਸੀ ਸੰਜੋ ਹੈ ਜਿਹਦੇ ਨਾਮ ਗੋਲੀ ਵੀ ਬੰਦੇ ਨੂੰ ਜਾ ਕਰਕੇ ਲੱਗਦੀ ਨਹੀਂ। ਸਤਿਗੁਰੂ ਸਾਹਿਬ ਜੀ ਨੇ ਵੀ ਗੁਰੂ ਕੇ ਖਾਲਸੇ ਨੂੰ ਸੰਜੋ ਬਖਸ਼ੀ ਹੈ।
ਜੰਗ ਦੇ ਮੈਦਾਨ ਵਿੱਚ ਜਾਣਾ ਹੈ। ਸਰਬਲੋ ਅਵਤਾਰ ਦੇ ਇਸ ਮਹਾਰਾਜ ਵੱਲੋਂ ਦਿੱਤੇ ਹੋਏ ਮੰਤਰ ਨੂੰ ਪੜ੍ਹ ਕਰਕੇ ਜਾਵਾਂਗੇ ਤੇ ਸਾਡੀ ਜੰਗ ਦੇ ਮੈਦਾਨ ਦੇ ਵਿੱਚ ਰੱਖਿਆ ਹੋਵੇਗੀ। ਕਵਚ ਦਾ ਅੱਖਰੀ ਭਾਵ ਤੇ ਸੰਜੋਗ ਹੈ ਤੇ ਭਾਵੀ ਅਰਥ ਵਿਦਵਾਨ ਕਰਦੇ ਨੇ, ਸਾਧੂ ਜਾਨ ਮਹਾਂਪੁਰਖ ਕਰਦੇ ਨੇ ਰੱਖਿਆ ਮੰਤਰ। ਜਿਵੇਂ ਗੁਰੂ ਖਾਲਸਾ ਜੀ ਰਾਤ ਦੇ ਸਮੇਂ ਕੀਰਤਨ ਸੋਹਿਲੇ ਦਾ ਪਾਠ ਕੀਤਾ ਜਾਂਦਾ ਏ, ਕੀਰਤਨ ਸੋਹਿਲਾ ਵੀ ਰੱਖਿਆ ਮੰਤਰ ਹੈ। ਉਹਦੇ ਤੋਂ ਪਹਿਲੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ ਇਤਿਆਦਿਕ ਜੋ ਸ਼ਬਦ ਪੜ੍ਹੇ ਜਾਂਦੇ ਹਨ, ਇਹ ਵੀ ਰੱਖਿਆ ਮੰਤਰ ਨੇ। ਇਹਨਾਂ ਮੰਤਰਾਂ ਦਾ ਕੋਈ ਜਾਪ ਕਰਦਾ ਈ ਸੁਪਨੇ ਵਿੱਚ ਜਿੰਨੇ ਡਰ ਡੁੱਕਰ ਆਉਂਦੇ ਨੇ ਸਾਰੇ ਚੁੱਕੇ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗਰੀਬ ਨਵਾਜ ਜੀ ਨੇ ਇੱਕ ਰਾਮ ਕਵਚ ਵੀ ਲਿਖਿਆ ਹੈ। ਗੌਂਡ ਮਹੱਲਾ ਪੰਜਵਾ, ਜਾ ਕਉ ਰਾਖੈ ਰਾਖਣਹਾਰ, ਤਿਸ ਕਾ ਅੰਗ ਕਰੇ ਨਿਰੰਕਾਰ। ਮਹਾਰਾਜ ਜੀ ਭਜਨ ਕਰਦੇ ਨੇ, ਰਾਮ ਕਵਚ ਦਾਸ ਕਾ ਸੰਨਾਹੋ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜੋ ਰਾਮ ਨਾਮ ਹੈ, ਇਹ ਕਵਚ ਦੀ ਨਿਆਈ ਹੈ। ਇਹ ਦਾਸਾਂ ਦੀ ਸੰਜੋਵਾਤ ਢਾਲੇ ਵਾਂਗ ਰੱਖਿਆ ਕਰਦਾ ਏ। ਦੂਤ ਦੁਸ਼ਟ ਤਿਸ ਪੋਹਤ ਨਾਹੀ। ਜੋ ਆਪਣੇ ਸਰੀਰ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਰਾਮ ਕਵਚ ਪਹਿਨਦਾ ਏ, ਦੂਤ ਦੁਸ਼ਟ ਉਸ ਦਾ ਕੁਝ ਵਿਗਾੜ ਨਹੀਂ ਸਕਦੇ। ਗੁਰੂ ਖਾਲਸਾ ਜੀ ਖਾਲਸੇ ਪੰਥ ਦੇ ਵਿੱਚ ਐਸੇ ਰੱਖਿਆ ਮੰਤਰ ਪੜ੍ਹਨ ਦਾ ਰਿਵਾਜ ਆਦਿ ਕਾਲ ਤੋਂ ਹੀ ਤੁਰਿਆ ਆ ਰਿਹਾ ਹੈ। ਮਹਾਰਾਜ ਕਲਗੀਧਰ ਜੀ ਨੇ ਆਪਣੇ ਜੀਵਨ ਕਾਲ ਵਿੱਚ 14 ਜੰਗਾਂ ਲੜੀਆਂ। 14 ਜੰਗਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਵਿਜੇ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵਿੱਚ ਅਭੇਦ ਹੋਏ ਤੇ ਗੁਰੂ ਕੇ ਪੰਥ ਖਾਲਸੇ ਨੇ ਕਈ ਜੰਗਾਂ ਲੜੀਆਂ। ਗੁਰੂ ਕੇ ਖਾਲਸੇ ਨੇ ਵਿਜੇ ਪ੍ਰਾਪਤ ਕੀਤੀ। ਜੰਗਾਂ ਦੇ ਵਿੱਚ ਜਿੱਥੇ ਗੁਰੂ ਖਾਲਸਾ ਜੀ ਸ਼ਸਤਰਾਂ ਤੇ ਅਸਤਰਾਂ ਦੇ ਨਾਲ ਯੁੱਧ ਲੜਿਆ ਜਾਂਦਾ ਸੀ, ਉੱਥੇ ਲੋਕ ਮੰਤਰਾਂ ਦੇ ਬਲ ਨਾਲ ਵੀ ਯੁੱਧ ਲੜਿਆ ਕਰਦੇ ਸਨ। ਇੱਕ ਤੀਰ ਦੇ ਉੱਪਰ ਮੰਤਰ ਪੜ੍ਹ ਦੇਣਾ, ਅਗਨੀ ਨੂੰ ਪੈਦਾ ਕਰਨ ਵਾਲਾ, ਤੀਰ ਦੇ ਵਿੱਚੋਂ ਅੱਗ ਦੇ ਭੰਬਾਕੇ ਛੁੱਟਣ ਲੱਗ ਪੈਂਦੇ ਸਨ, ਉਹਨੂੰ ਅਗਨੀ ਮੰਤਰ ਕਹਿੰਦੇ ਸਨ। ਐਸਾ ਗ੍ਰੰਥਾਂ ਦੇ ਵਿੱਚ ਗੁਰੂ ਖਾਲਸਾ ਜੀ ਉਲੇਖ ਮਿਲਦਾ ਹੈ। ਟਾਹਲੀ ਸਾਹਿਬ ਅਸਥਾਨ ਹੈ ਕਪੂਰਥਲੇ ਦੇ ਵਿੱਚ। ਉੱਥੇ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਜੀ ਬੜੀ ਨਿਮਰਤਾ ਦੀ ਮੂਰਤ ਮਹਾਂਪੁਰਖ ਨੇ, ਵੈਦਵਾਨ ਨੇ ਅਤੇ ਵਿਦਿਆ ਦੇ ਵੀ ਚੰਗੇ ਉਹ ਧੁਰੰਦਰ ਮਹਾਂਪੁਰਖ ਨੇ। ਉਹਨਾਂ ਦੇ ਕੋਲ ਹੱਥ ਲਿਖਤ ਗ੍ਰੰਥਾਂ ਦਾ ਬੜਾ ਭਾਰੀ ਖਜ਼ਾਨਾ ਹੈ। ਉਹਨਾਂ ਮਹਾਂਪੁਰਖਾਂ ਦੇ ਤੋਸ਼ੇਖਾਨੇ ਵਿੱਚ ਮੈਂ ਇੱਕ ਗ੍ਰੰਥ ਵੇਖਿਆ ਸੀ, ਜਿਹਦੇ ਵਿੱਚ ਸ਼ਸਤਰ ਸਿੱਧੀ ਦੇ ਬਾਰੇ ਲਿਖਿਆ ਹੋਇਆ ਸੀ। ਤੀਰ ਨੂੰ ਲੈ ਕਰਕੇ ਇਹਦੇ ਕੋਲ ਆਹ ਮੰਤਰ ਪੜ੍ਹੋ ਤੇ ਤੀਰ ਵਿੱਚੋਂ ਅਗਨੀ ਪੈਦਾ ਹੁੰਦੀ ਹੈ। ਤੀਰ ਕੋਲ ਆਹ ਮੰਤਰ ਪੜ੍ਹੋ ਤੇ ਤੀਰ ਵਿੱਚੋਂ ਪਾਣੀ ਦੇ ਫੁਹਾਰੇ ਛੁੱਟਦੇ ਨੇ। ਐਸਾ ਉਹਨਾਂ ਦੇ ਕੋਲੋਂ ਮੈਂ ਗ੍ਰੰਥ ਦੇਖਿਆ ਹੈ। ਸੰਪਰਦਾਇ ਮਹਾਂਪੁਰਖਾਂ ਤੋਂ ਮੈਂ ਸੁਣਿਆ ਹੈ ਵੀ ਜਿਹੜੀ ਸ਼ਸਤਰ ਨਾਮ ਮਾਲਾ ਹੈ ਨਾ, ਇਹਦਾ ਇੱਕ ਇੱਕ ਦੋਹਰਾ, ਇੱਕ ਇੱਕ ਸ਼ਲੋਕ, ਇਹ ਗੁਰੂ ਖਾਲਸਾ ਜੀ ਸ਼ਸਤਰਾਂ ਨੂੰ ਸਿੱਧ ਕਰਨ ਵਾਲੇ ਮੰਤਰ ਨੇ। ਜਿਨੇ ਸ਼ਸਤਰ ਨਾਮ ਮਾਲਾ ਦਾ ਅਭਿਆਸ ਕੀਤਾ ਏ, ਜੈਸੀ ਭਾਵਨਾ ਰੱਖ ਕੇ ਅਭਿਆਸ ਕੀਤਾ ਏ, ਸ਼ਸਤਰ ਦੇ ਅੱਗੇ ਵੈਸੀ ਭਾਵਨਾ ਰੱਖ ਕੇ ਅਰਦਾਸ ਕਰੇ, ਸੱਚੇ ਪਾਤਸ਼ਾਹ ਜੀ ਉਹ ਭਾਵਨਾ ਨੂੰ ਪੂਰੀਆਂ ਕਰ ਦਿੰਦੇ ਨੇ। ਇਹ ਗੁਰੂ ਖਾਲਸਾ ਜੀ
ਸੰਪਰਦਾਵਾਂ ਦੇ ਮਹਾਂਪੁਰਖਾਂ ਦੇ ਪਾਸੋਂ ਸੁਣਿਆ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾਨ ਨੂੰ ਆਪਣਾ ਇਸ਼ਟ ਮੰਨਿਆ ਹੈ। ਸ਼ਸਤਰਾਂ ਤੇ ਅਸਤਰਾਂ ਨੂੰ ਆਪਣਾ ਗੁਰਦੇਵ ਮੰਨਿਆ ਹੈ। ਆਪਣਾ ਪੀਰ ਕਹਿ ਕਰਕੇ ਸ਼ਸਤਰਾਂ ਨੂੰ ਉੱਚਾ ਮਾਨ ਤੇ ਸਤਿਕਾਰ ਦਿੱਤਾ ਹੈ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਅਰ ਤੀਰ, ਸੈਫ ਸਰੋਹੀ ਸਹਿ ਹਥੀ ਜਹ ਹਮਾਰੇ ਪੀਰ। ਮਹਾਰਾਜ ਕਹਿੰਦੇ ਜਿੰਨੇ ਸ਼ਸਤਰ ਤੇ ਅਸਤਰ ਨੇ ਇਹ ਸਾਡੇ ਪੀਰ ਨੇ, ਸਾਡੇ ਸਤਿਕਾਰਯੋਗ ਨੇ। ਤਖਤਾਂ ਤੇ ਅੱਜ ਵੀ ਮਰਿਆਦਾ ਏ, ਸ਼ਸਤਰਾਂ ਦਾ ਉੱਚਾ ਪ੍ਰਕਾਸ਼ ਹੁੰਦਾ ਏ। ਗੁਰੂ ਗ੍ਰੰਥ ਸਾਹਿਬ ਜੀ ਦਾ ਨੀਵੇਂ ਥਾਂ ਤੇ ਪ੍ਰਕਾਸ਼ ਹੈ। ਮਹਾਰਾਜ ਕਲਗੀਧਰ ਨੇ ਕਿਹਾ ਸੀ ਕਪੂਰਿਆ ਅਸੀਂ ਤੁਹਾਡੇ ਗੁਰੂ ਐ, ਸ਼ਸਤਰ ਸਾਡੇ ਗੁਰੂ ਨੇ। ਇਹ ਗੁਰੂ ਗਰੀਬ ਨਵਾਜ ਜੀ ਨੇ ਕਪੂਰੇ ਨੂੰ ਕੋਟਕਪੂਰੇ ਬਚਨ ਕੀਤੇ ਸਨ। ਸੋ ਗੁਰੂ ਖਾਲਸਾ ਜੀ ਸ਼ਸਤਰਾਂ ਨੂੰ ਸਿੱਧ ਕਰਨ ਵਾਸਤੇ ਮਹਾਰਾਜ ਨੇ ਦੋ ਬਾਣੀਆਂ ਰਚੀਆਂ ਨੇ। ਇੱਕ ਹੈ ਬ੍ਰਹਮ ਕਵਚ ਤੇ ਇੱਕ ਹੈ ਭਗਵਤੀ ਸਤੋਤਰ। ਬ੍ਰਹਮ ਕਵਚ ਦੇ ਵਿੱਚ ਕਿਰਪਾਨ ਦੇ 32 ਨਾਮ ਲੈ ਕਰਕੇ ਰੱਖਿਆ ਦੀ ਮੰਗ ਕੀਤੀ ਹੈ। ਜਿਹੜਾ ਬ੍ਰਹਮ ਕਵਚ ਦੇ 32 ਪਾਠ ਕਰਦਾ ਏ ਜਾਂ 1.25 ਲੱਖ ਹਵਨ ਸੰਯੁਕਤ ਪੜਦਾ ਏ, ਉਹਦੇ ਉੱਪਰ ਐਸੀ ਸ਼ਸਤਰਾਂ ਅਸਤਰਾਂ ਦੀ ਕਿਰਪਾ ਹੁੰਦੀ ਹੈ। ਸ਼ਸਤਰ ਉਹਦੀ ਸੰਜੋਵਤ ਰੱਖਿਆ ਕਰਦੇ ਨੇ। ਇੱਕ ਕਿਰਪਾਨ ਦਾ ਅਸਤੋਤਰ ਪਟਨੇ ਸਾਹਿਬ ਬੀੜ ਹੈ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਲਿਖੀ, ਉਹਦੇ ਵਿੱਚ ਵੀ ਲਿਖਿਆ ਏ। ਇੱਕ ਬੀੜ ਹੈ ਭਾਈ ਸੁੱਖਾ ਸਿੰਘ ਜੀ ਦੀ ਲਿਖੀ ਪਟਨੇ ਸਾਹਿਬ ਵਿਖੇ, ਉਹਦੇ ਵਿੱਚ ਵੀ ਲਿਖਿਆ ਏ। ਇੱਕ ਬੀੜ ਹੈ ਬਾਬਾ ਦਇਆ ਸਿੰਘ ਜੀ ਜਿਹੜੇ 5 ਪਿਆਰਿਆਂ ਦੇ ਵਿੱਚ ਸ਼੍ਰੋਮਣੀ ਸਨ, ਉਹਨਾਂ ਨੇ ਵੀ ਇਹ ਆਪਣੀ ਬੀੜ ਵਿੱਚ ਬਾਣੀ ਲਿਖੀ ਹੈ। ਇੱਕ ਗੁਰੂ ਖਾਲਸਾ ਜੀ ਅਭਿਆਸੀ ਸਿੰਘ, ਉਹ ਭਗਵਤੀ ਸਤੋਤਰ ਦੀ ਗੁਰਬਾਣੀ ਪੜ੍ਹਦਾ ਤੇ ਕਿਰਪਾਨ ਗੁਰੂ ਖਾਲਸਾ ਜੀ ਉੱਚੇ ਤਖਤ ਪੋਸ਼ ਤੇ ਸਜਾ ਕੇ ਰੱਖਦਾ। ਇੰਨਾ ਅਭਿਆਸ ਉਹ ਮਹਾਂਪੁਰਖ ਕਰਦਾ ਰਿਹਾ ਕਿ ਕਿਰਪਾਨ ਆਪਣੇ ਆਪ ਉੱਠ ਕੇ ਤਾਂ ਨੂੰ ਖੜੀ ਹੋ ਜਾਂਦੀ, ਜਿਵੇਂ ਹੱਥ ਦੇ ਵਿੱਚ ਪਕੜੀ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਅਭਿਆਸ ਕਰਦਾ ਸੀ ਵੀ ਕਿਰਪਾਨ ਆਪਣੇ ਆਪ ਖੜੀ ਹੋ ਜਾਂਦੀ। ਆਵਾਜ਼ ਆਉਂਦੀ ਸੀ, ਆਕਾਸ਼ਬਾਣੀ ਹੁੰਦੀ ਸੀ ਵੀ ਜੋ ਵਰ ਮੰਗਣਾ ਏ ਉਹ ਵਰ ਮੰਗ ਲੈ। ਇਦਾਂ ਹੀ ਮਹਾਰਾਜ ਕਲਗੀਧਰ ਜੀ ਨੇ ਇਹ ਸਰਬਲੋ ਕਵਚ ਗੁਰੂ ਖਾਲਸਾ ਜੀ ਲਿਖਿਆ ਹੈ। ਗੁਰੂ ਕੇ ਖਾਲਸੇ ਦੇ ਵਿੱਚ ਬੜੇ ਕਵਚ ਮਸ਼ਹੂਰ ਨੇ ਜੋ ਨਿਤਨੇਮ ਦੇ ਵਿੱਚ ਗੁਰੂ ਕਾ ਪੰਥ ਖਾਲਸਾ ਪੜ੍ਹਦਾ ਆਇਆ ਹੈ। ਇੱਕ ਬ੍ਰਹਮ ਕਵਚ ਹੈ, ਇੱਕ ਸੂਰਜ ਕਵਚ ਹੈ, ਇੰਦਰ ਕਵਚ ਹੈ, ਇਸੇ ਤਰ੍ਹਾਂ ਸਰਬਲੋ ਕਵਚ ਹੈ, ਇਸੇ ਤਰ੍ਹਾਂ ਰਾਮ ਕਵਚ ਹੈ, ਇਸ ਤਰ੍ਹਾਂ ਸਰਬ ਰੱਖਿਆ ਕਵਚ ਹੈ। ਇਸ ਤਰ੍ਹਾਂ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਬਹੁਤ ਸਾਰੇ ਕਵਚ ਨੇ ਜਿਨ੍ਹਾਂ ਨੂੰ ਪੜ੍ਹ ਕਰਕੇ ਗੁਰੂ ਕਾ ਪੰਥ ਖਾਲਸਾ ਕਲਗੀਧਰ ਪਾਤਸ਼ਾਹ ਜੀ ਦੀ ਦੱਸੀ ਹੋਈ ਮਰਿਆਦਾ ਨਾਲ ਅਕਾਲ ਪੁਰਖ ਪਰਮੇਸ਼ਰ ਤੋਂ ਖੁਸ਼ੀ ਪ੍ਰਾਪਤ ਕਰਦਾ ਆਇਆ ਹੈ। ਇਹ ਗੁਰੂ ਖਾਲਸਾ ਜੀ ਸਰਬਲੋਹ ਕਵਚ ਹੈ। ਸਰਬ ਸਾਰਿਆਂ ਵਿੱਚ ਜੋ ਲੋਹ ਲੋਹ ਕਰਦਾ ਪਿਆ ਹੈ ਨਾ, ਉਹ ਅਕਾਲ ਪੁਰਖ ਪਰਮੇਸ਼ਰ ਦਾ ਕਵਚ ਹੈ। ਸਰਬਲੋਹ ਜੋ ਲੋਹੇ ਦਾ ਅਵਤਾਰ ਹੋਇਆ ਹੈ, ਜਿਹਦਾ ਸਾਰਾ ਸਰੀਰ ਲੋਹੇ ਦਾ ਵਜਰ ਵਰਗਾ ਸੀ, ਉਹ ਸੁਆਮੀ ਦਾ ਇਹ ਕਵਚ ਹੈ। ਇਹ ਸੁਆਮੀ ਨੂੰ ਯਾਦ ਕੀਤਾ ਜਾਵੇਗਾ ਕਲਗੀਧਰ ਜੀ ਵੱਲੋਂ ਬਾਰ-ਬਾਰ ਸ਼ਲੋਕਾਂ ਦੇ ਵਿੱਚ। ਸ਼ਲੋਕ ਜਬਲੀ ਧਰ ਆਉਣਗੇ, ਜਬਲੀ ਧਰ ਰਾਗ ਹੈ ਤੇ ਸ਼ਲੋਕ ਆਉਣਗੇ। 10 ਪ੍ਰਕਾਰ ਦੇ ਸ਼ਲੋਕ ਨੇ। ਇਹਨਾਂ ਸ਼ਲੋਕਾਂ ਦੀ ਵੰਨਗੀ 10 ਪ੍ਰਕਾਰ ਦੀ ਆਵੇਗੀ। 10 ਤਰੀਕੇ ਦੇ ਵੱਖੋ ਵੱਖਰੇ ਸ਼ਲੋਕ ਆਉਣਗੇ ਤੇ ਸਰਬਲੋ ਭਗਵਾਨ ਦੀ ਉਸਤਤ ਕਰਕੇ ਉਹਦੇ ਤੋਂ ਰੱਖਿਆ ਦੀ ਮੰਗ ਕਰਨਗੇ। ਪੁਰਾਣੇ ਗੁਰੂ ਕੇ ਸਿੰਘ ਧੂਪ ਜਗਾ ਕਰਕੇ ਤੇ ਇਹ ਸਰਬਲੋ ਕਵਚ ਦਾ ਜਾਪ ਕਰਿਆ ਕਰਦੇ ਸਨ।
ਜਿਹਨੂੰ ਗੁਰੂ ਖਾਲਸਾ ਜੀ ਕਹਿੰਦੇ ਹਵਨ ਕਰਿਆ ਕਰਦੇ ਸਨ ਸਰਬਲੋ ਕਵਚ ਦਾ। ਅੱਜ ਕੱਲ੍ਹ ਸਾਡੇ ਸਿੱਖਾਂ ਦੇ ਵਿੱਚ ਕਿੰਤੂ ਪ੍ਰੰਤੂ ਦਾ ਰਿਵਾਜ ਬੜਾ ਚੱਲ ਗਿਆ ਹੈ। ਉਹ ਕਹਿੰਦੇ ਜੀ ਹਵਨ ਹਿੰਦੂਆਂ ਦਾ ਹੈ, ਗੁਰਸਿੱਖਾਂ ਦਾ ਨਹੀਂ। ਉਹਨਾਂ ਨੂੰ ਪੁੱਛੀਏ ਜੀ ਹਵਨ ਕੀ ਹੁੰਦਾ ਹੈ? ਕਹਿੰਦੇ ਅੱਗ ਬਾਲਣੀ। ਗੁਰਸਿੱਖੋ, ਹਵਨ ਨਾਮ ਅੱਗ ਦਾ ਹੈ। ਅੱਗ ਦੇ ਵਿੱਚ ਖੁਸ਼ਬੋਈਦਾਰ ਚੀਜ਼ਾਂ ਪਾਈਦੀਆਂ ਨੇ, ਜਿਹਨੂੰ ਧੂਪ ਕਹਿੰਦੇ ਨੇ। ਜਿੱਥੇ ਧੂਪ ਹੁੰਦੀ ਹੈ ਉੱਥੇ ਸੰਤਾਂ ਦਾ, ਮਹਾਂਪੁਰਖਾਂ ਦਾ, ਸਤਿਗੁਰਾਂ ਦਾ, ਦੇਵੀ ਦੇਵਤਿਆਂ ਦਾ, ਸ਼ਹੀਦਾਂ ਸਿੰਘਾਂ ਦਾ ਵਾਸਾ ਹੁੰਦਾ ਹੈ। ਜਿੱਥੇ ਦੁਰਗੰਧੀ ਹੋਵੇ ਉੱਥੇ ਗੁਰੂ ਖਾਲਸਾ ਜੀ ਕੰਗਾਲਾਂ ਦਾ, ਦਲਿਦਰੀਆਂ ਦਾ, ਅਬਗਤ ਰੂਹਾਂ ਦਾ, ਰਾਖਸ਼ਾਂ ਦਾ, ਨੀਚ ਲੋਕਾਂ ਦਾ ਵਾਸਾ ਹੁੰਦਾ ਹੈ। ਰੱਬ ਦੇ ਪਿਆਰੇ ਦੁਰਗੰਧੀ ਨੂੰ ਪਸੰਦ ਨਹੀਂ ਕਰਦੇ। ਪਹਿਲੇ ਜ਼ਮਾਨਿਆਂ ਵਿੱਚ ਜੱਗ ਕਰਦੇ ਹੁੰਦੇ ਸੀ, ਤੇ ਜਦੋਂ ਗੁਰੂ ਖਾਲਸਾ ਜੀ ਸੁਗੰਧੀ ਲਗਾਉਣੀ ਤੇ ਦੇਵੀ ਦੇਵਤਿਆਂ ਦਾ ਵਾਸਾ ਹੋ ਜਾਣਾ। ਤੇ ਜਿਵੇਂ ਆਮ ਬੰਦਾ ਦੁਰਗੰਧੀ ਵਾਲੀ ਥਾਂ ਤੇ ਚਲਿਆ ਜਾਵੇ ਤੇ ਉਹ ਮਿੰਟ ਨਹੀਂ ਖਲੋ ਸਕਦਾ, ਉਹਦਾ ਸਾਹ ਗੁੰਮ ਹੁੰਦਾ ਏ। ਜਿੱਥੇ ਸੁਗੰਧੀ ਬਲਦੀ ਹੋਵੇ ਉੱਥੇ ਰਾਖਸ਼ ਮਿੰਟ ਨਹੀਂ ਖਲੋ ਸਕਦੇ। ਜਿੰਨਾ ਦੁੱਖ ਆਮ ਬੰਦੇ ਨੂੰ ਦੁਰਗੰਧੀ ਤੋਂ ਹੁੰਦਾ ਏ, ਅਵਗਤ ਰੂਹਾਂ ਨੂੰ ਤੇ ਰਾਖਸ਼ਾਂ ਨੂੰ ਓਨਾ ਦੁੱਖ ਸੁਗੰਧੀ ਤੋਂ ਹੁੰਦਾ ਏ। ਜਦੋਂ ਕਿਸੇ ਮਹਾਂਪੁਰਖ ਨੇ ਜੱਗ ਕਰਨਾ ਤੇ ਦੈਂਤ ਆ ਕੇ ਭੰਗ ਕਰਦੇ ਸਨ। ਉਹਨਾਂ ਨੇ ਸੋਚਿਆ ਵੀ ਅੱਗ ਬਾਲੋ, ਘਿਓ ਪਾਈ ਜਾਓ ਤੇ ਸੁਗੰਧੀ ਪਾਈ ਜਾਓ ਤੇ ਰਾਖਸ਼ ਦੂਰ ਰਹਿਣਗੇ, ਉਹ ਨੇੜੇ ਨਹੀਂ ਆ ਪਾਉਣਗੇ। ਇਸ ਤਰੀਕੇ ਦੇ ਨਾਲ ਜਦੋਂ ਵੀ ਕਿਸੇ ਮੰਤਰ ਦਾ ਪਾਠ ਕਰਨਾ, ਇਹ ਹਵਨ ਦੀ ਮਰਿਆਦਾ ਪ੍ਰਚਲਿਤ ਹੋ ਗਈ। ਹਵਨ ਗੁਰੂ ਖਾਲਸਾ ਜੀ ਕੋਈ ਬੁਰੀ ਚੀਜ਼ ਨਹੀਂ ਹੈ ਜੇ ਗੁਰਮਤਿ ਦੇ ਕਾਇਦੇ ਵਿੱਚ ਹੋਵੇ। ਹਵਨ ਹੈ ਸੁਗੰਧੀ ਪਾਉਣੀ, ਧੂਪ ਜਗਾਉਣੀ। ਅੱਜ ਕੱਲ੍ਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਏ, ਕਿ ਉੱਥੇ ਗੁਰੂ ਖਾਲਸਾ ਜੀ ਆਪਾਂ ਸੈਂਟ ਨਹੀਂ ਛਿਣਕਦੇ, ਉੱਥੇ ਅਤਰ ਦਾ ਛਿਣਕਾ ਨਹੀਂ ਕੀਤਾ ਜਾਂਦਾ ਸੁਗੰਧੀ ਵਾਸਤੇ। ਆਪਾਂ ਚਾਹਾਂਗੇ ਵੀ ਅਸੀਂ ਦੁਰਗੰਧੀ ਵਿੱਚ ਪਰਮੇਸ਼ਰ ਦਾ ਵੀ ਕਿ ਨਾਮ ਜਪੀਏ। ਜਿੱਥੇ ਦੁਰਗੰਧੀ ਹੋਵੇ ਉੱਥੇ ਸੁਰਤਾ ਇਕਾਗਰ ਨਹੀਂ ਜੇ ਹੁੰਦਾ। ਸੁਰਤੇ ਨੂੰ ਇਕਾਗਰ ਕਰਨ ਵਾਸਤੇ ਸੁਗੰਧੀ ਦੀ ਲੋੜ ਹੈ। ਤੇ ਉਹ ਹਵਨ ਨਾਮ ਅੱਗ ਦਾ ਏ, ਤੇ ਅੱਗ ਵਿੱਚ ਉਹ ਧੂਪ ਪਾਈ ਜਾਂਦੀ ਹੈ। 32-33 ਚੀਜ਼ਾਂ ਉਹ ਧੂਪ ਵਿੱਚ ਪੈਂਦੀਆਂ ਨੇ। ਘਿਓ ਦਾ ਇਸਤੇਮਾਲ ਕੀਤਾ ਜਾਂਦਾ ਏ। ਤੋ ਸੁਗੰਧੀ ਵਾਲੀ ਜਗ੍ਹਾ ਤੇ ਮਨ ਵੀ ਇਕਾਗਰ ਹੁੰਦਾ ਜੀ। ਗੁਰੂ ਖਾਲਸਾ ਜੀ ਫੁੱਲਾਂ ਦੇ ਵਿੱਚ ਇੰਨੀ ਤਾਕਤ ਹੈ, ਕਿਉਂਕਿ ਜਿਹੜੀ ਉਹ ਧੂਪ ਹੁੰਦੀ ਹੈ ਉਹ ਫੁੱਲਾਂ ਤੋਂ ਬਣਦੀ ਹੈ। ਫੁੱਲਾਂ ਨੂੰ ਸੁਕਾ ਕੇ ਜਦੋਂ ਫੁੱਲ ਸੜਦੇ ਨੇ ਉਹਨਾਂ ਦਾ ਧੂਆਂ ਨਿਕਲਦਾ ਏ, ਨੱਕ ਰਾਹੀਂ ਅੰਦਰ ਜਾਂਦਾ ਏ। ਇੱਕ ਤੇ ਉਹ ਸਰੀਰ ਦੀਆਂ ਕਈ ਬਿਮਾਰੀਆਂ ਕੱਟਦਾ ਜੀ, ਦਿਮਾਗ ਨੂੰ ਤਰੋ ਤਾਜ਼ਾ ਕਰਦਾ ਜੀ। ਦੁਰਗੰਧੀ ਵਾਲੀ ਥਾਂ ਤੇ ਜਾਓਗੇ ਤੇ ਦਿਮਾਗ ਭਾਰਾ ਹੋ ਜਾਂਦਾ ਜੀ। ਸੁਗੰਧੀ ਲੈ ਕੇ ਵੇਖਿਓ ਤੇ ਦਿਮਾਗ ਹੌਲਾ ਹੋ ਜਾਂਦਾ ਜੀ। ਤੁਲਸੀ ਆਦਿਕ, ਗੁਲਾਬ ਆਦਿਕ ਉਹ ਧੂਪ ਵਿੱਚ ਪੈਂਦਾ ਜੀ। ਇਸ ਵਾਸਤੇ ਜਿਹੜਾ ਘਿਓ ਹੈ ਇਹ ਗੁਰੂ ਖਾਲਸਾ ਜੀ ਰਗਾਂ ਨੂੰ ਤਰਲ ਰੱਖਦਾ ਹੈ। ਬੋਲਦਿਆਂ ਬੋਲਦਿਆਂ ਸੰਗ ਸੁੱਕਦਾ ਏ ਤੇ ਘਿਓ ਦੀ ਜੋਤ ਜਿਹੜੀ ਹੈ ਉਹ ਸੰਗ ਨਹੀਂ ਸੁੱਕਣ ਦਿੰਦੀ। ਇੱਦਾਂ ਪੁਰਾਣੇ ਗੁਰੂ ਕੇ ਸਿੱਖ ਮੂਲ ਮੰਤਰ ਵੀ ਕਰਿਆ ਕਰਦੇ ਸੀ। ਉਦਾਸੀ ਮਹਾਤਮਾ ਉਹ ਮੂਲ ਮੰਤਰ ਪੜ੍ਹਿਆ ਕਰਦੇ ਸਨ ਲਾਗੇ ਧੂਪ ਜਗਾ ਕਰਕੇ, ਜਿਹਨੂੰ ਗੁਰੂ ਖਾਲਸਾ ਜੀ ਸੰਸਕ੍ਰਿਤ ਬੋਲੀ ਅਨੁਸਾਰ ਹਵਨ ਕਹਿ ਦਿੰਦੇ ਨੇ। 1.25 ਲੱਖ ਮੂਲ ਮੰਤਰ ਦਾ ਪਾਠ ਕਰਨਾ। ਇਸੇ ਤਰੀਕੇ ਨਾਲ ਚੰਡੀ ਦੀ ਵਾਰ ਪੜ੍ਹਿਆ ਕਰਦੇ ਸਨ। ਬਾਬਾ ਵਸਾਵਾ ਸਿੰਘ ਜੀ ਉਹ ਚੰਡੀ ਦੀ ਵਾਰ ਦਾ ਪਾਠ ਕਰਿਆ ਕਰਦੇ ਸਨ, ਜਾਪ ਸਾਹਿਬ ਦਾ ਕਰਿਆ ਕਰਦੇ ਸਨ। ਇਸ ਤਰ੍ਹਾਂ ਅਨੇਕਾਂ ਮਹਾਂਪੁਰਖ ਹੋਏ ਨੇ ਜਿਹੜੇ ਗੁਰ ਸ਼ਬਦ ਦੇ ਜਾਪ ਵਿੱਚ ਜੁਟਿਆ ਕਰਦੇ ਸਨ। ਪੁਰਾਣੇ ਮਹਾਂਪੁਰਖ ਇਹ ਕਵਚ ਨੂੰ ਵੀ ਧੂਪ ਜਗਾ ਕੇ ਪੜ੍ਹਿਆ ਕਰਦੇ ਸਨ ਤੇ ਸਰਬਲੋ ਭਗਵਾਨ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਦੇ ਸਨ। ਦੀਵਾਲੀ ਵਾਲੇ ਦਿਨ ਇਹ ਸਰਬਲੋ ਭਗਵਾਨ ਦੀ ਖੁਸ਼ੀ ਲੈਣੀ ਹੋਵੇ ਤੇ ਕਵਚ ਦਾ ਪਾਠ
ਧੂਪ ਸੰਯੁਕਤ ਕੀਤਾ ਜਾਏ। ਮਰਿਆਦਾ ਦੇ ਅਨੁਸਾਰ ਭਗਵਾਨ ਦੀ ਬੇਅੰਤ ਖੁਸ਼ੀ ਹੁੰਦੀ ਹੈ। ਅਕਾਲ ਪੁਰਖ ਜੀ ਮਿਹਰਾਂ ਕਰਦੇ ਨੇ। ਅਕਾਲ ਪੁਰਖ ਕੀ ਰੱਛਾ ਮਨੈ, ਸਰਬ ਲੋਹ ਦੀ ਰੱਛਿਆ ਮਨੈ, ਸਰਬ ਕਾਲ ਜੀ ਦੀ ਰੱਛਿਆ ਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਮਨੈ। ਇਹ ਵੀ ਸਰਬਲੋ ਕਵਚ ਹੈ। ਇਹ ਲਿਖ ਰਹੇ ਨੇ ਇਹ ਵੀ ਸਰਬਲੋ ਕਵਚ ਹੈ। ਅੱਗੇ 5 ਸ਼ਲੋਕਾਂ ਦਾ ਸਰਬਲੋ ਕਵਚ ਹੋਰ ਆਵੇਗਾ। ਸਰਬਲੋ ਦੇ 3 ਕਵਚ ਮਹਾਰਾਜ ਕਲਗੀਧਰ ਜੀ ਨੇ ਲਿਖੇ ਨੇ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰੀਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਕਮਲਾਂ ਦਾ ਧਿਆਨ ਧਰੀਏ। ਮੁਖ ਤੋਂ ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਅਥ ਸ਼੍ਰੀ ਸਰਬਲੋਹ ਕਵਚ ਲਿਖਿ ਅਤੇ ਅਥ ਮੀਨਿੰਗ ਹੁਣ ਮਹਾਰਾਜ ਕਲਗੀਧਰ ਜੀ ਸ਼੍ਰੀ ਸ਼੍ਰੋਮਣੀ ਅਵਤਾਰ ਸਰਬਲੋ ਜੀ ਕਵਚ ਮੈਨੇ ਰੱਖਿਆ ਮੰਤਰ ਲਿਖਦੇ ਪਏ ਹਨ। ਇੱਕ ਮਹਾਂਪੁਰਖ ਹੋਏ ਨੇ ਅਕਾਲੀ ਹਜੂਰਾ ਸਿੰਘ ਜੀ। ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਵਿੱਚ ਸ਼੍ਰੀ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਹੋਏ ਨੇ। ਉਹਨਾਂ ਨੇ ਦਸਮ ਬਾਣੀ ਦਾ ਤੇ ਸਰਬਲੋ ਬਾਣੀ ਦਾ ਬੜਾ ਪ੍ਰਚਾਰ ਕੀਤਾ। ਉਹਨਾਂ ਦੇ ਗੁਰੂ ਖਾਲਸਾ ਜੀ ਬਹਿਨੋਈ ਹੋਏ ਨੇ ਵੈਦਵਾਨ ਮਾਨ ਸਿੰਘ ਜੀ। ਉਹਨਾਂ ਨੇ ਸਰਬਲੋ ਪ੍ਰਕਾਸ਼ ਦੇ ਵਿੱਚ ਜਿਹੜੀ ਬਹੁਮੁੱਲੀ ਬਾਣੀ ਤੇ ਬਹੁਮੁੱਲੀ ਸਾਰੀ ਹੀ ਹੈ, ਜਿਹੜੀ ਗੁਰਾਂ ਦੇ ਉਪਦੇਸ਼ ਨਾਲ ਜ਼ਿਆਦਾ ਭਰੀ ਹੋਈ, ਉਹ ਇੱਕ ਇਕੱਠੀ ਕਰਕੇ ਤੇ ਸਰਬਲੋ ਗ੍ਰੰਥੀ ਦੇ ਰੂਪ ਵਿੱਚ ਲਿਖੀ ਸੀ। ਉਹਦੀ ਕਾਪੀ ਦਾਸ ਦੇ ਕੋਲ ਪ੍ਰਾਪਤ ਹੈ। ਮਹਾਰਾਜ ਨੇ ਕਿਰਪਾ ਕੀਤੀ ਤੇ ਜਿਵੇਂ ਅਕਾਲੀ ਹਜੂਰਾ ਸਿੰਘ ਜੀ ਨੇ ਸਰਬਲੋ ਪ੍ਰਕਾਸ਼ ਗ੍ਰੰਥ ਦੀ ਮੁੱਖ ਬਾਣੀ ਚੁਣ ਕੇ ਇੱਕ ਪੋਥੀ ਸਾਹਿਬ ਤਿਆਰ ਕੀਤੀ ਸੀ, ਉਹ ਸੰਗਤਾਂ ਵਿੱਚ ਛਪਵਾ ਕੇ ਵੰਡੀ ਵੀ ਜਾਏਗੀ। ਉਹਦੇ ਵਿੱਚ ਵੀ ਉਹਨਾਂ ਨੇ ਇਹ ਕਵਚ ਲਿਖਿਆ ਹੈ ਤੇ ਬੜਾ ਮਹਾਤਮ ਲਿਖਿਆ ਹੈ। ਸੋ ਮਹਾਰਾਜ ਸਾਹਿਬ ਜੀ ਸਰਬਲੋ ਦਾ ਕਵਚ ਮੈਨੇ ਰੱਖਿਆ ਮੰਤਰ ਲਿਖਦੇ ਪਏ ਨੇ। ਜਿੱਥੇ ਗੁਰੂ ਖਾਲਸਾ ਜੀ ਭੂਤ ਪ੍ਰੇਤ ਦਾ ਵਾਸਾ ਹੋਵੇ, ਆਮ ਘਰ ਵਿੱਚ ਕੋਈ ਦੁੱਖ ਦਾ ਸਮਾਂ ਆ ਬਣੇ, ਉੱਥੇ ਉੱਚੇ ਸਿੰਘਾਸਨ ਦੇ ਉੱਪਰ 5 ਸ਼ਸਤਰ ਸਜਾਉਣੇ ਨੇ। ਖੰਡਾ ਸਜਾ ਲੈਣਾ ਏ, ਕਿਰਪਾਨ ਸਜਾ ਲੈਣੀ ਹੈ, 2 ਕਟਾਰਾਂ, ਖੰਜਰ, ਕੜਾ ਇਤਿਆਦਿਕ ਸਜਾ ਲੈਣਾ ਏ। ਧੂਪ ਜਗਾ ਕਰਕੇ ਇਹ ਸਰਬਲੋ ਕਵਚ ਦਾ ਪਾਠ ਕਰਨਾ ਹੈ। ਸਾਰੇ ਹੀ ਦੁਖੜੇ ਮਹਾਰਾਜ ਕਲਗੀਧਰ ਜੀ, ਸਰਬਲੋ ਭਗਵਾਨ ਜੀ, ਅਕਾਲ ਪੁਰਖ ਪਰਮੇਸ਼ਰ ਜੀ ਤੁਹਾਡੇ ਦੂਰ ਕਰ ਦੇਣਗੇ। ਅਵਗਤ ਰੂਹਾਂ ਦੀ ਵੀ ਕਲਿਆਣ ਹੋ ਜਾਏਗੀ। ਐਸਾ ਮਹਾਰਾਜ ਸੰਸਕ੍ਰਿਤ ਬੋਲੀ ਵਿੱਚ ਕਿਰਪਾ ਕਰਕੇ ਲਿਖਦੇ ਪਏ ਨੇ। ਇਹ ਮਹਾਰਾਜ ਕਲਗੀਧਰ ਜੀ ਪ੍ਰਕਿਰਤ ਬੋਲੀ, ਸੰਸਕ੍ਰਿਤ ਬੋਲੀ ਇਹਦੇ ਵਿੱਚ ਲਿਖਦੇ ਪਏ ਨੇ। ਆਓ ਜਿਵੇਂ ਮਹਾਰਾਜ ਕਿਰਪਾ ਕਰਨ, ਸੰਸਕ੍ਰਿਤ ਦੇ ਕਾਨੂੰਨ ਕਾਇਦੇ ਅਨੁਸਾਰ ਵੀ ਤੇ ਸੰਪਰਦਾਵਾਂ ਦੇ ਅਨੁਸਾਰ ਵੀ ਜਿਵੇਂ ਇਹਦੇ ਮਹਿਣੇ ਕੀਤੇ ਜਾਂਦੇ ਨੇ, ਉਹ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸ਼ਲੋਕ ਜਬਲੀ ਧਰ। ਜਬਲੀ ਧਰ ਰਾਗ ਦਾ ਨਾਮ ਹੈ ਤੇ ਸ਼ਲੋਕ ਮਹਾਰਾਜ ਕਲਗੀਧਰ ਜੀ ਲਿਖਦੇ ਪਏ ਨੇ। ਕਿਉਂਕਿ ਆਮ ਸੰਸਕ੍ਰਿਤ ਦੇ ਸ਼ਲੋਕ ਹੁੰਦੇ ਨੇ ਤੇ ਸ਼ਲੋਕਾਂ ਦੇ ਵਿੱਚ ਕਾਵ ਰਚਨਾ ਕੀਤੀ ਜਾਂਦੀ ਹੈ। ਭਗਵਤ ਗੀਤਾ ਸ਼੍ਰੀ ਅਰਜਨ ਦੇ ਤਾਈ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ, ਉਹ ਵੀ ਸ਼ਲੋਕਾਂ ਵਿੱਚ ਹੈ। ਤੋ ਸੰਸਕ੍ਰਿਤ ਦੀ ਜੋ ਕਾਵ ਰਚਨਾ ਹੈ ਜ਼ਿਆਦਾ ਸ਼ਲੋਕਾਂ ਵਿੱਚ ਹੀ ਹੈ। ਆਮ ਵੇਦਾਂ ਵਿੱਚ ਵੀ 7 ਪ੍ਰਕਾਰ ਦੇ ਛੰਦ ਮਿਲਦੇ ਨੇ। ਗੁਰੂ ਮਹਾਰਾਜ ਨੇ ਤੇ ਅਨੇਕਾਂ ਛੰਦ ਵਰਤੇ ਨੇ। ਵੇਦਾਂ ਦੇ 7 ਛੰਦ ਹੀ ਨੇ। ਸੋ ਉਹ ਗੁਰੂ ਖਾਲਸਾ ਜੀ ਅਡਰਾ ਵਿਸ਼ਾ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਬੀਰਜ ਨਾਦ ਬਾਚ। ਹਾਂ, ਬੀਰਜ ਨਾਦ
ਜੋ ਸਰਬਲੋ ਭਗਵਾਨ ਦੇ ਨਾਲ ਯੁੱਧ ਕਰਦਾ ਪਿਆ ਏ, ਉਹ ਸਰਬਲੋ ਭਗਵਾਨ ਦੇ ਕੋਲੋਂ ਰੱਖਿਆ ਮੰਗਦਾ ਪਿਆ ਏ। ਵੀਰ ਜਨਾਤ ਦੇ ਮੁਖ ਵਿੱਚ ਰੱਖ ਕਰਕੇ ਕਲਗੀਧਰ ਜੀ ਆਪ ਹੀ ਕਿਰਪਾ ਕਰਦੇ ਪਏ ਨੇ। ਜਾ ਭਗਵਤ ਓੰਕਾਰ ਆਧਾਰ ਨਿਰਾਕਾਰਸਚ। ਹਾਂ, ਪੰਜਾਬੀ ਦੇ ਵਿੱਚ ਤੇ ਭਗਵਤ ਹੀ ਕਹਿੰਦੇ ਨੇ, ਤੇ ਸੰਸਕ੍ਰਿਤ ਬੋਲੀ ਹੈ। ਇਸ ਵਾਸਤੇ ਹੋ ਸਕੇ ਤੇ ਜਿਵੇਂ ਪਾਠੀ ਸਿੰਘ ਨੇ ਪਾਠ ਕੀਤਾ, ਇਹ ਭਗਵਤ ਇਸ ਤਰੀਕੇ ਨਾਲ ਉਚਾਰ ਲੈਣਾ ਹੈ। ਤੋ ਜਾ ਮੀਨਿੰਗ ਜਿਹੜਾ, ਤੇ ਭਗਵਤ ਮੈਨੇ ਹੁੰਦਾ ਇਹ ਭਗਵਾਨ। ਭਗਵਾਨ ਉਹਨੂੰ ਕਹਿੰਦੇ ਨੇ ਜਿਹੜਾ ਖਟ ਭਗਾਂ ਸੰਪੰਨ ਹੋਵੇ। ਭਗਵਾਨ, ਭਗ ਦਾ ਅਰਥ ਗੁਰੂ ਖਾਲਸਾ ਜੀ 6 ਗੁਣ ਨੇ। ਭਗ ਦੇ ਕਈ ਅਰਥ ਨੇ। ਇਸਤਰੀ ਦੀ ਗੁਪਤ ਕਿਰਿਆ ਦਾ ਨਾਮ ਵੀ ਭਗ ਹੈ। ਗੁਪਤ ਅੰਗ ਨੂੰ ਵੀ ਭਗ ਕਹਿੰਦੇ ਨੇ। ਇੱਥੇ ਗੁਰੂ ਖਾਲਸਾ ਜੀ ਭਗ ਦਾ ਅਰਥ ਗੁਣ ਗ੍ਰਹਿਣ ਕਰਨਾ ਹੈ। ਪਰਮੇਸ਼ਰ ਦੇ ਵਿੱਚ 6 ਗੁਣ ਨੇ। ਜਸ, ਐਸ਼ਵਰਯ, ਵਿਰਾਗ, ਦਾਨ, ਲక్ష్ਮੀ ਤੇ ਗਿਆਨ। ਪਰਮੇਸ਼ਰ ਦਾ ਜਸ ਵੀ ਸਾਰੇ ਪਾਸੇ ਹੁੰਦਾ ਪਿਆ ਏ। ਧਨ ਦੌਲਤ ਦੀ ਵੀ ਕਮੀ ਕੋਈ ਨਹੀਂ। ਜਿੰਨੀ ਸੰਸਾਰ ਦੀ ਧਨ ਦੌਲਤ ਹੈ, ਇਹਦਾ ਮਾਲਕ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਹੈ। ਫਿਰ ਧਨ ਦੌਲਤ ਨਾਲ ਪਿਆਰ ਕੋਈ ਨਹੀਂ, ਵੈਰਾਗ ਵੀ ਹੈ, ਇਹ ਤੀਜਾ ਗੁਣ ਹੈ। ਚੌਥਾ ਦਾਨ। ਫਿਰ ਧਨ ਪਦਾਰਥ ਦਾ ਲਾਲਚ ਕੋਈ ਨਹੀਂ, ਸਾਰਿਆਂ ਨੂੰ ਦਾਨ ਵੀ ਕਰਦਾ ਪਿਆ ਹੈ। ਚਰਨਾਂ ਵਿੱਚ ਲక్ష్ਮੀ ਵੀ ਰਹਿੰਦੀ ਹੈ, ਗਿਆਨ ਵੀ ਹੈ। ਐਸਾ ਗੁਰੂ ਖਾਲਸਾ ਜੀ ਅਮਰਕੋਸ਼ ਵਿੱਚ ਅਰਥ ਕੀਤੇ ਨੇ। ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ, ਇਹ ਈਸ਼ਵਰ ਕੇ ਖਟ ਗੁਣ ਕੋ ਜਾਨ, ਜਾਂ ਤੇ ਕਹੀਅਤ ਹੈ ਭਗਵਾਨ। ਜਸ ਐਸ਼ਵਰਜ ਵੈਰਾਗ ਉਦਾਰ, ਲక్ష్ਮੀ ਗਿਆਨ ਸੋ ਪੂਰਨ ਧਾਰ। ਇਹ ਕਵੀ ਸੰਤੋਖ ਸਿੰਘ ਜੀ ਨੇ ਵੀ ਅਰਥ ਮੰਨੇ ਨੇ। ਸੋ ਭਗਵਤ ਮੈਨੇ ਜਿਹੜਾ ਖਟ ਭਗਾਂ ਸੰਪੰਨ ਭਗਵਾਨ ਹੈ, ਉਹ ਓੰਕਾਰ ਰੂਪ ਹੋ ਕਰਕੇ ਸਾਰੇ ਸੰਸਾਰ ਦਾ ਆਧਾਰ ਕਹੀਏ, ਆਸਰਾ ਹੈ। ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜਦੋਂ ਜਗਤ ਪੈਦਾ ਕਰਨਾ ਹੁੰਦਾ ਏ, ਉਹ ਆਪਣੇ ਮੁਖ ਤੋਂ ਓੰਕਾਰ ਉਚਾਰਦਾ ਏ ਤੇ ਜਗਤ ਨੂੰ ਪ੍ਰਗਟ ਕਰ ਦਿੰਦਾ ਏ। ਜਦੋਂ ਸੰਸਾਰ ਨੂੰ ਆਪਣੇ ਵਿੱਚ ਲੀਨ ਕਰਨਾ ਹੁੰਦਾ ਏ, ਉਦੋਂ ਆਪਣੇ ਮੁਖ ਤੋਂ ਹੂੰਗ ਸ਼ਬਦ ਉਚਾਰਦਾ ਏ ਤੇ ਸੰਸਾਰ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਇਸ ਲਈ ਓੰਕਾਰ ਸਾਰੇ ਸੰਸਾਰ ਦਾ ਆਧਾਰ ਕਹੀਏ, ਆਸਰਾ ਹੈ। ਤੇ ਨਿਰਾਕਾਰ ਚ ਸੰਸਕ੍ਰਿਤ ਦਾ ਗੁਰੂ ਖਾਲਸਾ ਜੀ ਵੱਖਰਾ ਕਾਨੂੰਨ ਹੈ। ਸੰਸਕ੍ਰਿਤ ਦੇ 2 ਸ਼ਬਦ ਨੇ, ਨਿਰਾਕਾਰਹ ਚ। ਜਦੋਂ ਇਹਨਾਂ ਦੋਨਾਂ ਸ਼ਬਦਾਂ ਨੂੰ ਮੇਲ ਦਿੱਤਾ ਜਾਂਦਾ ਏ ਤੇ ਸ਼ਬਦ ਬਣ ਜਾਂਦਾ ਏ ਨਿਰਾਕਾਰਸਚ। ਇਸ ਤਰੀਕੇ ਨਾਲ ਇਹਦਾ ਉਚਾਰਨ ਕਰਦੇ ਨੇ। ਨਿਰਾਕਾਰ ਸ਼ਬਦ ਹੈ ਮੂਲ, ਤੇ ਹਾਹਾ ਪਿੱਛੇ ਵਿਭਗਤੀ ਲੱਗੀ ਹੋਈ ਹੈ। ਇਹਨੂੰ ਕਹਿੰਦੇ ਪ੍ਰਥਮ ਵਿਭਗਤੀ। ਇਹ ਪਦ ਸੰਗਿਆ ਵਾਸਤੇ ਹੈ। ਸੰਸਕ੍ਰਿਤ ਦਾ ਕਾਨੂੰਨ ਹੈ ਕਿ ਕਿਸੇ ਵੀ ਪਦ ਦੇ ਪਿੱਛੇ ਹਾਹਾ ਨਾ ਲੱਗੇ, ਉਹ ਪਦ ਦਾ ਰੂਪ ਹੀ ਨਹੀਂ ਬਣਦਾ, ਉਹਦਾ ਉਚਾਰਨ ਹੀ ਨਹੀਂ ਹੁੰਦਾ। ਪਦ ਦਾ ਰੂਪ ਬਣਾਉਣ ਲਈ, ਪਦ ਦਾ ਉਚਾਰਨ ਕਰਨ ਲਈ ਉਹ ਪਿੱਛੇ ਹਾਹਾ ਲੱਗਦਾ ਹੈ। ਜਿਵੇਂ ਪੰਜਾਬੀ ਗੱਲ ਕਰਦੇ ਕਰਦੇ ਆ ਈ ਉਹ ਕਹਿੰਦਾ ਆ ਪਿੱਛੇ ਲਾ ਜਾਂਦੇ ਹੈ ਨਾ, ਇਸੇ ਤਰੀਕੇ ਨਾਲ ਸੰਸਕ੍ਰਿਤ ਦੇ ਵਿਦਵਾਨ ਪਦ ਦੇ ਪਿੱਛੇ ਹਾਹਾ ਲਾ ਦਿੰਦੇ ਨੇ। ਇਹਨੂੰ ਪ੍ਰਥਮ ਵਿਭਗਤੀ ਕਹਿੰਦੇ ਨੇ। ਇਹ ਪਦ ਸੰਗਿਆ ਲਈ ਹਾਹਾ ਵਰਤਿਆ ਜਾਂਦਾ ਹੈ। ਇਸ ਤੋਂ ਬਿਨਾਂ ਪਦ ਨਹੀਂ ਬਣਦਾ। ਨਿਰਾਕਾਰਹ ਤੇ ਨਾਲ ਜਦੋਂ ਚੱਚਾ ਜੋੜਦੇ ਨੇ ਤੇ ਸ਼ਬਦ ਬਣ ਜਾਂਦਾ ਏ ਨਿਰਾਕਾਰਸਚ। ਚ ਦਾ ਅਰਥ ਹੁੰਦਾ ਏ ਅਤੇ। ਕਹਿੰਦੇ ਨੇ ਜਿਹੜਾ ਭਗਵਾਨ ਓੰਕਾਰ ਰੂਪ ਹੋ ਕੇ ਸਾਰੇ ਸੰਸਾਰ ਦਾ ਆਧਾਰ ਆਸਰਾ ਏ,
ਚ ਮੈਨੇ ਅਤੇ ਆਪ ਨਿਰਆਕਾਰ, ਆਕਾਰ ਤੋਂ ਰਹਿਤ ਹੈ। ਉਹਦਾ ਆਕਾਰ ਵੀ ਕੋਈ ਨਹੀਂ ਅਤੇ ਉਹ ਸਾਰੇ ਸੰਸਾਰ ਦਾ ਓੰਕਾਰ ਰੂਪ ਹੋ ਕਰਕੇ ਆਸਰਾ ਹੈ, ਜਿਹੜਾ ਐਸਾ ਭਗਵਾਨ ਹੈ। ਨਮਸਤੁਭਯੰ 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 ਨਮੋ ਨਮః। ਹਾਂ, ਨਮਸਤੁਭਯੰ ਗੁਰੂ ਖਾਲਸਾ ਜੀ, ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ ਤੁਭਯੰ ਚੌਥੀ ਵਿਭਕਤੀ ਹੈ। ਉਹ ਅਰਥ ਕਰਦੇ ਨੇ, ਤੁਭਯੰ ਮੈਨੇ ਨਮਸਕਾਰ ਹੈ ਤੇਰੇ ਲਈ, ਭਾਵ ਮੈਂ ਨਮਸਕਾਰ ਕਰਦਾ ਹਾਂ ਤੇਰੇ ਲਈ। ਨਮਸ ਮੈਨੇ ਨਮਸਕਾਰ, ਤੁਭਯੰ ਮੈਨੇ ਤੇਰੇ ਲਈ, ਮੈਂ ਤੇਰੇ ਲਈ ਨਮਸਕਾਰ ਕਰਦਾ ਹਾਂ, ਮੈਂ ਤੇਰੇ ਲਈ ਨਮਸਕਾਰ ਕਰਦਾ ਹਾਂ। ਜਿਹੜੇ ਗੁਰੂ ਖਾਲਸਾ ਜੀ ਸੰਸਕ੍ਰਿਤ ਭਾਸ਼ਾ ਦਾ ਗੂੜ ਰਹੱਸ ਰੱਖਦੇ ਨੇ, ਉਹਨਾਂ ਮਹਾਂਪੁਰਖਾਂ ਦੇ ਅਨੁਸਾਰ ਜਦੋਂ ਕਿਸੇ ਦੇਵੀ ਦੇਵਤੇ ਨੂੰ ਵਸ ਕਰਨਾ ਹੋਵੇ ਨਾ, ਆਪਣੇ ਅਨੁਕੂਲ ਕਰਨਾ ਹੋਵੇ ਨਾ, ਤੇ ਉਹਨੂੰ ਇੱਦਾਂ ਕਿਹਾ ਜਾਂਦਾ ਏ, ਨਮਸਤੁਭਯੰ, ਮੈਂ ਤੇਰੇ ਲਈ ਨਮਸਕਾਰ ਕਰਦਾ ਹਾਂ। ਇਹ ਪਦ ਕਹਿਣੇ ਨਾਲ ਜਿਹੜਾ ਆਪਣਾ ਇਸ਼ਟ ਦੇਵ ਹੋਵੇਗਾ ਉਹ ਆਪਣੇ ਵਸ ਹੋ ਜਾਵੇਗਾ। ਐਸਾ ਵੀ ਸੰਸਕ੍ਰਿਤ ਭਾਸ਼ਾ ਦੇ ਵਿਦਵਾਨਾਂ ਦਾ ਖਿਆਲ ਹੈ। ਸੰਸਕ੍ਰਿਤ ਦੇ ਅਨੁਸਾਰ ਉਚਾਰਨ ਕਰਦੇ ਨੇ ਨਮਸਤੁਭਯੰ, ਜਿਹੜੀ ਟਿੱਪੀ ਲੱਗੀ ਹੈ ਉਹ ਮੰਮਾ ਬੁਲਾਉਂਦੇ ਨੇ, ਨਮਸਤੁਭਯੰ ਇਸ ਤਰੀਕੇ ਨਾਲ ਉਚਾਰਨ ਕਰਦੇ ਨੇ। ਆਮ ਗੁਰਮੁਖੀ ਦੇ ਵਿੱਚ ਨਮਸਤੁਭਯੰ ਇਸ ਤਰੀਕੇ ਨਾਲ ਉਚਾਰਨ ਕਰ ਦਿੰਦੇ ਨੇ। ਆਮ ਗੁਰੂ ਖਾਲਸਾ ਜੀ ਜਿਹੜੇ ਸੰਪਰਦਾਵਾਂ ਵਿੱਚ ਪੜ੍ਹੇ ਗੁਣੀ ਜਨ ਨੇ, ਉਹ ਇਹਦਾ ਅਰਥ ਇਦਾਂ ਵੀ ਕਰਦੇ ਨੇ, ਤੁਭਯੰ ਤੈਨੂੰ ਨਮਸਕਾਰ ਹੋਵੇ, ਤੁਭਯੰ ਤੈਨੂੰ ਨਮਸਕਾਰ ਹੋਵੇ, ਇਦਾਂ ਵੀ ਅਰਥ ਕਰਦੇ ਨੇ। ਕਈ ਗੁਰਮੁਖ ਪਿਆਰੇ ਨਮਸਤ ਭਿਯੰ ਇਦਾਂ ਵੀ ਉਚਾਰ ਲੈਂਦੇ ਨੇ। ਸੰਸਕ੍ਰਿਤ ਦੇ ਲਿਹਾਜ਼ ਨਾਲ ਇਹ ਉਚਾਰਨ ਬਿਲਕੁਲ ਅਸ਼ੁੱਧ ਹੈ। ਅਰਥ ਇਦਾਂ ਕਰਦੇ ਨੇ, ਨਮਸਕਾਰ ਭਿਯੰ ਹੋਵੇ, ਨਮਸਕਾਰ ਹੋਵੇ, ਨਮਸਕਾਰ ਹੋਵੇ, ਨਮਸਕਾਰ ਹੋਵੇ, ਇਦਾਂ ਪਾਠ ਕਰਦੇ ਨੇ। ਆਚਾਰੀਆ ਪੁਸ਼ਪਾ ਰਾਜ ਜੀ, ਜਿਨ੍ਹਾਂ ਦੇ ਕੋਲੋਂ ਮੈਂ ਗੁਰੂ ਖਾਲਸਾ ਜੀ ਇਹ ਅਰਥ ਪੜ੍ਹੇ ਨੇ, ਉਹ ਕਹਿੰਦੇ ਸੀ ਇਹਦਾ ਉਚਾਰਨ ਕਰਨਾ ਚਾਹੀਦਾ ਹੈ ਨਮਸਤੁਭਯੰ। ਤੇ ਮਹਾਂਪੁਰਖ ਬਾਬਾ ਸੰਤਾ ਸਿੰਘ ਜੀ 96 ਕਰੋੜੀ ਮਹਾਂਪੁਰਖ, ਉਹ ਇਹਦਾ ਉਚਾਰਨ ਇਦਾਂ ਹੀ ਕਰਾਉਂਦੇ ਸਨ, ਨਮਸਤੁਭਯੰ, ਨਮਸਤੁਭਯੰ ਇਸ ਤਰੀਕੇ ਨਾਲ ਉਚਾਰਨ ਕਰਵਾਉਂਦੇ ਸਨ। ਇਸੇ ਤਰੀਕੇ ਨਾਲ ਉਚਾਰਨ ਕਰਨਾ ਚਾਹੀਦਾ ਹੈ। ਸੋ ਇਹ 5 ਦਫਾ ਨਮਸਕਾਰ ਦੇ ਬਾਰੇ ਕਿਹਾ ਹੈ। ਨਮਸਕਾਰ ਕਰਦਾ ਹਾਂ ਤੇਰੇ ਲਈ ਮਨ ਕਰਕੇ, ਨਮਸਕਾਰ ਕਰਦਾ ਹਾਂ ਤੇਰੇ ਲਈ ਤਨ ਕਰਕੇ, ਨਮਸਕਾਰ ਕਰਦਾ ਹਾਂ ਤੇਰੇ ਲਈ ਬਾਣੀ ਕਰਕੇ, ਨਮਸਕਾਰ ਕਰਦਾ ਹਾਂ ਤੇਰੇ ਲਈ ਕਰਮਾਂ ਕਰਕੇ, ਨਮਸਕਾਰ ਕਰਦਾ ਹਾਂ ਤੇਰੇ ਲਈ ਵਿਦਿਆ ਕਰਕੇ। ਇਸ ਤਰੀਕੇ ਨਾਲ 5 ਵਾਰੀ ਨਮਸਕਾਰ ਕਰਨੀ ਹੈ। ਸੋ ਕਹਿੰਦੇ ਹਨ, ਨਮਸਕਾਰ ਕਰਦਾ ਹਾਂ ਤੇਰੇ ਲਈ ਤਨ ਕਰਕੇ, ਨਮਸਕਾਰ ਕਰਦਾ ਹਾਂ ਤੈਨੂੰ ਤੇਰੇ ਲਈ ਬਾਣੀ ਕਰਕੇ, ਤੇ ਮਨ ਕਰਕੇ ਨਮਸਕਾਰ ਕਰਦਾ ਹਾਂ, ਤੇ ਨਮੋ ਮੈਂ ਨਮਸਕਾਰ ਕਰਦਾ ਹਾਂ ਕਿਰਪਾ ਕਰਕੇ, ਤੇ ਨਮః ਨਮਸਕਾਰ ਕਰਦਾ ਹਾਂ ਤੇਰੇ ਲਈ ਮੈਂ ਵਿਦਿਆ ਕਰਕੇ। ਇਸ ਤਰੀਕੇ ਨਾਲ ਨਮਸਕਾਰ ਕੀਤੀ ਹੈ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ। ਇਹ ਇੱਕ ਸ਼ਲੋਕ ਦੀ ਵਿਆਖਿਆ ਹੈ। ਆਮ ਗੁਰੂ ਖਾਲਸਾ ਜੀ ਸ਼ਲੋਕ ਹੀ ਕਹਿਣਾ ਹੈ, ਸੰਸਕ੍ਰਿਤ ਦੇ ਵਿੱਚ ਇਹਨੂੰ ਸ਼ਲੋਕ ਕਹਿ ਦਿੰਦੇ ਨੇ। ਅਰਥ ਵੇਲੇ ਭਾਵੇਂ ਸ਼ਲੋਕ ਕਹਿ ਲਿਆ ਕਰੋ, ਪਰ ਸ਼ਲੋਕ ਕਹਿਣਾ ਹੈ, ਕਿਉਂਕਿ ਜਿਹੜੀ ਅੱਜ ਕੱਲ੍ਹ ਦੀ ਸੰਸਕ੍ਰਿਤ ਤੇ ਪੁਰਾਣੀ ਸੰਸਕ੍ਰਿਤ ਹੈ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੇ। ਅੱਜ ਬਿੰਦੀ ਦਾ ਰਿਵਾਜ ਹੈ, ਅੱਜ ਆਪਾਂ ਸ਼ਬਦ ਕਹਿੰਦੇ ਹਾਂ। ਪੁਰਾਣੇ ਕਈ ਇਹੋ ਜਿਹੇ ਇਲਾਕੇ ਵੀ ਨੇ ਉਹ ਸ਼ਬਦ ਕਹਿੰਦੇ ਨੇ। ਆਮ ਗੁਰੂ ਖਾਲਸਾ ਜੀ ਵਣਜਾਰਿਆਂ ਦਾ ਭਾਈਚਾਰਾ ਦੇਖੋ, ਉਹ ਸ਼ਬਦ ਕਹਿੰਦੇ ਨੇ। ਪੁਰਾਣੀ ਸਹਿਸਕ੍ਰਿਤੀ ਸੀ ਤੇ ਉਹ ਤੋਂ ਸੰਸਕ੍ਰਿਤ ਪੈਦਾ ਹੋਈ ਹੈ।
ਸੰਸਕ੍ਰਿਤ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੀ ਹੋਏ ਨੇ, ਤਾਂ ਇਹ ਸਹਿਸਕ੍ਰਿਤ ਹੈ। ਜਿਵੇਂ ਲਿਖਿਆ ਹੈ ਵੈਸੇ ਹੀ ਉਚਾਰਨ ਕਰਨ ਦਾ ਯਤਨ ਕਰਨਾ ਹੈ। ਸੋ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਹੋਈ ਭੁੱਲ ਚੁੱਕ ਦੀ ਖਿਮਾ ਜੀ। ਜਾ ਭਗਵਤ ਓੰਕਾਰ ਆਧਾਰ ਨਿਰਾਕਾਰਸਚ ਨਮਸਤੁਭ్యం 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 ਨਮੋ ਨਮః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।